Hello, this is Sunny Singh, and you're watching Panglish Talk. As you know, we are covering book How to Stop Worrying and Start Living by Dale Carnegie. This in this chapter we will talk about basic techniques about analyzing worry. The worry ਜਿਹੜੀ ਚਿੰਤਾ ਹੈ ਉਹਨੂੰ ਐਨਾਲਾਈਜ਼ ਮੀਨਸ ਵਿਸ਼ਲੇਸ਼ਣ ਕਰਨ ਦੀਆਂ ਟੈਕਨੀਕਸ. Actually, there are two chapters under this part. This is part 2. We will discuss about one part. And the title of that chapter is How to Eliminate 50% of Your Business Worries. As it is clear from the title, they are talking about business worries. How to eliminate means ਕਿਸ ਤਰ੍ਹਾਂ ਬਿਜ਼ਨਸ ਨਾਲ ਰਿਲੇਟਡ ਵਰੀਜ਼ ਨੂੰ 50% ਘਟਾ ਦਈਏ, ਐਲੀਮੀਨੇਟ ਕਰ ਦਈਏ, ਖਤਮ ਕਰ ਦਈਏ. ਜਿਸ ਤਰ੍ਹਾਂ ਇਹ ਚੈਪਟਰ ਸ਼ੁਰੂ ਹੁੰਦਾ, the way it starts, author is saying the title of this chapter could look ridiculous to you. ਇਹ ਇੱਕ ਇਸ ਤਰ੍ਹਾਂ ਦਾ ਟਾਈਟਲ ਲੱਗ ਸਕਦਾ ਹੈ ਮਜ਼ਾਕੀਆ ਜਾਂ ਰਿਡੀਕੂਲਸ ਕਿ because if you are in a business you could find this title of this chapter ridiculous. ਰਾਈਟਰ ਇਹ ਕਹਿ ਰਿਹਾ ਕਿ ਜੇ ਮੈਂ ਇਹ ਗੱਲ ਮੈਨੂੰ ਕਈ ਸਾਲ ਪਹਿਲਾਂ ਮੈਨੂੰ ਵੀ ਪਤਾ ਲੱਗਦੀ ਕਿ ਮੈਂ ਵੀ ਇਸ ਤਰ੍ਹਾਂ ਦਾ ਕੋਈ ਟਾਈਟਲ ਦੇਖਦਾ ਕਿ 50% ਆਪਣੀਆਂ ਬਿਜ਼ਨਸ ਵਰੀਜ਼ ਨੂੰ ਐਲੀਮੀਨੇਟ ਕਿਵੇਂ ਕਰਨਾ ਹੈ, ਤਾਂ ਮੈਂ ਵੀ ਇਸ ਤੁਹਾਡੇ ਤਰ੍ਹਾਂ ਹੀ ਸੋਚਦਾ. ਬਟ ਕਿਉਂਕਿ ਫਰੋਮ ਦ ਲਾਸਟ 19 to 20 years he is into the business, ਪਿਛਲੇ 15-20 ਸਾਲਾਂ ਤੋਂ ਉਹ ਕੰਮ ਕਰ ਰਿਹਾ ਐਂਡ he knows what he is saying. ਉਹ ਤੁਹਾਨੂੰ ਕੀ ਦੱਸ ਰਿਹਾ ਉਹ ਜਾਣਦਾ. ਐਂਡ this technique definitely works. Whosoever has used it, it has worked. ਇਸ ਟੈਕਨੀਕ ਨੇ ਕੰਮ ਕੀਤਾ, ਰਾਈਟ. the author Dale Carnegie, he is saying, ਉਹ ਦੱਸ ਰਿਹਾ ਕਿ ਹੋ ਸਕਦਾ ਮੈਂ ਤੁਹਾਡੀਆਂ ਸਾਰੀਆਂ ਵਰੀਜ਼ ਖਤਮ ਨਾ ਕਰ ਸਕਦਾ ਹੋਵਾਂ 50% ਜਿਵੇਂ ਕਿਹਾ ਗਿਆ, but even if I can reduce 10% of your worries, won't that be satisfied? Won't that satisfy you? ਮਤਲਬ ਜੇ 10% ਵੀ ਘਟਾ ਦਾਂ ਤੁਹਾਡੀ ਵਰੀ, ਇਹ ਵੀ ਇੱਕ ਚੰਗੀ ਗੱਲ ਨਹੀਂ ਹੋਊਗੀ. So further he is saying that I am not going to tell you a story of Mr. X, Mr. Y, this and that. मैं किसी इधर उधर की गल नहीं कर रहा. He is talking about a real story of a real person whose name was Leon Shimkin, who was the general manager of a publishing house, Rockefeller Publishing House in New York. ਉਸ ਦਾ ਉਹ ਜਰਨਲ ਮੈਨੇਜਰ ਸੀ. ਉਸ ਦੀ ਸਟੋਰੀ ਦੱਸ ਰਿਹਾ ਹੈਗਾ. ਇੱਥੇ ਇੱਕ ਗੱਲ ਧਿਆਨ ਰੱਖਣੀ ਆ ਕਿ ਇਹ ਜਿਹੜੀਆਂ ਵਰੀਜ਼ ਦੀ ਗੱਲ ਹੋ ਰਹੀ ਹੈ, ਜਿਨ੍ਹਾਂ ਨੂੰ ਆਪਾਂ ਐਨਾਲਾਈਜ਼ ਕਰਨਾ ਹੈ, ਜਿਸ ਦੀ ਟੈਕਨੀਕਸ ਬਾਰੇ ਗੱਲ ਹੋ ਰਹੀ ਹੈ, ਇਹ ਸਿਰਫ ਬਿਜ਼ਨਸ ਨਾਲ ਰਿਲੇਟਡ ਵਰੀਜ਼ ਨੇ. ਨਾ ਤਾਂ ਇਹ ਕਿਸੇ ਹੈਲਥ ਨਾਲ ਰਿਲੇਟਡ ਹੈ, ਨਾ ਕਿਸੇ ਫਾਈਨਾਂਸ ਨਾਲ ਰਿਲੇਟਡ ਹੈ, ਨਾ ਕਿਸੇ ਹੋਰ ਤਰ੍ਹਾਂ ਨਾਲ ਦੀਆਂ ਵਰੀਜ਼ ਜੋ ਵੀ ਹੁੰਦੀਆਂ ਨੇ. ਆਪਾਂ ਦੇਖਦੇ ਹਾਂ ਨਾ, ਆਪਾਂ ਨੂੰ ਤਰ੍ਹਾਂ ਦੀਆਂ ਚਿੰਤਾਵਾਂ ਹੁੰਦੀਆਂ ਨੇ. ਬਾਕੀ ਕਿਸੇ ਚਿੰਤਾ ਦੀ ਗੱਲ ਨਹੀਂ ਹੋ ਰਹੀ, ਇੱਥੇ ਸਿਰਫ ਬਿਜ਼ਨਸ ਨਾਲ ਰਿਲੇਟਡ ਵਰੀ ਦੀ ਗੱਲ ਹੋ ਰਹੀ ਹੈ. ਉਸ ਨੂੰ ਕਿਸ ਤਰ੍ਹਾਂ ਘਟਾਉਣਾ, ਤਾਂ ਇਹ ਕੀ ਟੈਕਨੀਕ ਹੈ. ਸਟੋਰੀ ਲਿਓਨ ਸ਼ਿਮਕਨ ਦੀ ਦੱਸੀ ਜਾ ਰਹੀ ਹੈ. that he was into this business, he was doing this business from the last 15 years. ਲਿਓਨ ਸ਼ਿਮਕਨ ਸੀ ਜੋ ਪਿਛਲੇ 15 ਸਾਲਾਂ ਤੋਂ ਬਿਜ਼ਨਸ ਕਰ ਰਿਹਾ ਸੀ. ਐਂਡ ਹਰ ਦਿਨ ਉਹਦਾ ਇਸ ਤਰ੍ਹਾਂ ਹੀ ਜਾਂਦਾ ਸੀ. ਸਾਰਾ ਦਿਨ ਕਾਨਫਰੰਸਿਸ ਕੀਤੀਆਂ, ਆਰਗੂਮੈਂਟ ਕੀਤੇ, ਇੱਧਰ ਦੀ ਗੱਲ ਸੁਣੀ, ਉੱਧਰ ਦੀ ਗੱਲ ਸੁਣੀ. ਮਤਲਬ ਅੱਧੇ ਤੋਂ ਜ਼ਿਆਦਾ ਦਿਨ ਕਾਨਫਰੰਸਾਂ ਆਰਗੂਮੈਂਟਾਂ ਦੇ ਵਿੱਚ ਹੀ ਨਿਕਲਦਾ ਸੀ, ਵੇਸਟ ਹੀ ਹੁੰਦਾ ਸੀ ਇੱਕ ਤਰ੍ਹਾਂ ਦਾ. ਅਤੇ ਅਗਲੀ ਜ਼ਿੰਦਗੀ, his further life in this business world was definitely going to be in this, ਇਸ ਤਰ੍ਹਾਂ ਹੀ ਨਿਕਲਣੀ ਸੀ ਅੱਗੇ ਦੀ ਜ਼ਿੰਦਗੀ ਵੀ. ਐਂਡ ਇਹ ਵੀ ਡੈਮ ਸ਼ੋਰ ਹੀ ਸੀਗਾ. until one day he realized that he can do his business in a different way. He can implement a technique, he can implement a rule. ਉਹਨੂੰ ਪਤਾ ਨਹੀਂ ਉਹਨੇ ਕਿਸ ਕਿਤਾਬ 'ਚ ਪੜ੍ਹਿਆ ਜਾਂ ਕਿਸ ਤਰ੍ਹਾਂ ਉਹਦੇ ਦਿਮਾਗ 'ਚ ਇਹ ਗੱਲ ਆਈ ਕਿ ਜਿਸ ਤਰ੍ਹਾਂ ਉਹ ਹੁਣ ਤੱਕ ਕੰਮ ਕਰਦਾ ਆ ਰਿਹਾ, ਉਹ ਜੇ ਇਸ ਤਰ੍ਹਾਂ ਹੀ ਕਰੀ ਗਿਆ ਤਾਂ
ਕੋਈ ਚੇਂਜ ਨਹੀਂ ਆਊਗੀ, ਬਟ ਜੇ ਉਹ ਇਸ ਰੂਲ ਨੂੰ ਇੰਪਲੀਮੈਂਟ ਕਰਦਾ ਤਾਂ ਹੋ ਸਕਦਾ ਉਹਦੀ ਜਿਹੜਾ ਪੈਰਾਡਾਈਮ ਸ਼ਿਫਟ ਹੀ ਹੋ ਜੇ, ਉਹਦਾ ਨਜ਼ਰੀਆ ਹੀ ਬਦਲ ਜੇ, ਬਿਜ਼ਨਸ ਹੀ ਬਦਲ ਜੇ। ਐਂਡ ਇਸ ਤਰ੍ਹਾਂ ਹੀ ਹੋਇਆ ਜਦੋਂ ਉਸਨੇ ਇਸ ਟੈਕਨੀਕ ਨੂੰ ਇੰਪਲੀਮੈਂਟ ਕੀਤਾ, ਫੋਲੋ ਕੀਤਾ। ਵਾਟ ਵਾਜ਼ ਦਿਸ ਟੈਕਨੀਕ? ਹੈ ਕੀ ਸੀ? ਇਟ ਇਜ਼ ਵੈਰੀ ਸਿੰਪਲ ਐਂਡ ਐਨੀਬਡੀ ਕੈਨ ਯੂਜ਼ ਇਟ। ਬੜੀ ਹੀ ਸੌਖੀ ਜੀ ਟੈਕਨੀਕ ਹੈ, ਦੇਖਣ ਨੂੰ ਸੌਖੀ ਲੱਗਦੀ ਹੈ, ਇੰਪਲੀਮੈਂਟ ਕਰਨੀ ਵੀ ਸੌਖੀ ਹੈ। ਐਂਡ ਹੁਣ ਉਹ ਇਹ ਦੱਸ ਰਿਹਾ ਕਿ ਫਰੋਮ ਦ ਲਾਸਟ 8 years, ਪਿਛਲੇ 8 ਸਾਲਾਂ ਤੋਂ ਇਸ ਟੈਕਨੀਕ ਨੂੰ ਯੂਜ਼ ਕਰ ਰਿਹਾ ਹੈ। ਐਂਡ ਦਿਸ ਇਜ਼ ਵਰਕਿੰਗ ਸੁਪਰਬਲੀ ਐਂਡ ਇਟ ਇਜ਼ ਗਿਵਿੰਗ ਗ੍ਰੇਟ ਰਿਜ਼ਲਟਸ। ਪਿਛਲੇ 8-10 ਸਾਲਾਂ ਤੋਂ ਇਹਨੂੰ ਯੂਜ਼ ਕਰ ਰਿਹਾ ਇਸ ਟੈਕਨੀਕ ਨੂੰ, ਐਂਡ ਇਹ ਕੰਮ ਕਰ ਰਹੀ ਹੈ। ਡੈਫੀਨੇਟਲੀ ਜੇ ਇਹ ਕੰਮ ਕਰ ਰਹੀ ਹੈ ਤਾਂ ਦੂਸਰਿਆਂ ਲਈ ਵੀ ਕੰਮ ਕਰੂਗੀ। ਤਾਂ ਹੈ ਕੀ ਆ, ਉਹਨੇ ਇੱਕ ਰੂਲ ਬਣਾਇਆ। ਇਹ ਟੈਕਨੀਕ ਸਾਰੀ ਇੱਕ ਰੂਲ ਬਣਾਉਣ ਦੇ ਉੱਤੇ ਬੇਸਡ ਆ। ਉਸਨੇ ਇੱਕ ਰੂਲ ਬਣਾਇਆ ਕਿ ਹਿਸ ਐਸੋਸੀਏਟ ਔਰ ਹਿਸ EMPLOYEES, ਦ ਪੀਪਲ ਹੂ ਆਰ ਵਰਕਿੰਗ ਫॉर ਹਿਮ, ਉਹਦੇ ਜਿਹੜੇ ਸਬੋਰਡੀਨੇਟ ਨੇ, ਜੋ ਵੀ ਕੰਮ ਕਰ ਰਿਹਾ, ਹੁਣ ਜਦੋਂ ਵੀ ਉਹ ਕੋਈ ਪ੍ਰੋਬਲਮ ਲੈ ਕੇ ਆਉਣਗੇ, ਦੇ ਆਰ ਕਮਿੰਗ ਵਿਦ ਦਾ ਮੈਮੋਰੈਂਡਮ, ਦੇ ਆਰ ਗੋਇੰਗ ਟੂ ਸਬਮਿਟ ਅ ਮੈਮੋਰੈਂਡਮ। ਜਦੋਂ ਹੁਣ ਉਹ ਉਹਦੇ ਤੱਕ ਪਹੁੰਚ ਕਰਨਗੇ, ਕੋਈ ਵੀ ਪ੍ਰੋਬਲਮ ਲੈ ਕੇ ਆਉਣਗੇ, ਤਾਂ ਉਹ 4 ਕੁਐਸਚਨ ਨਾਲ ਲਿਖ ਕੇ ਲੈ ਕੇ ਆਉਣਗੇ। 4 ਕੁਐਸਚਨ ਵਿਦ देयर ਆਨਸਰਸ, 4 ਕੁਐਸਚਨਾਂ ਨੂੰ ਉਹਨਾਂ ਦੇ ਆਨਸਰ ਨਾਲ ਲਿਖ ਕੇ ਲੈ ਕੇ ਆਉਣਗੇ। ਐਂਡ ਵਾਟ ਵਰ ਦੋਜ਼ 4 ਕੁਐਸਚਨਸ? ਵੀ ਵਿਲ ਡਿਸਕਸ them one by one। ਇਹ 4 ਕੁਐਸਚਨ ਕੀ ਹੋਣਗੇ? ਪਹਿਲਾ ਕੁਐਸਚਨ ਹੈ ਵਾਟ ਇਜ਼ ਦ ਪ੍ਰੋਬਲਮ। ਸਭ ਤੋਂ ਪਹਿਲਾ ਕੁਐਸਚਨ ਕੀ ਆ? ਵਾਟ ਇਜ਼ ਦ ਪ੍ਰੋਬਲਮ। ਪ੍ਰੋਬਲਮ ਕੀ ਆ? ਕਿਉਂਕਿ ਇਹ ਰਿਅਲਾਈਜ਼ ਕੀਤਾ ਗਿਆ ਕਿ ਆਪਾਂ ਨੂੰ ਐਕਚੁਅਲੀ ਪਤਾ ਹੀ ਨਹੀਂ ਹੁੰਦਾ ਦੈਟ ਪ੍ਰੋਬਲਮ ਹੈਗੀ, ਰੀਅਲ ਪ੍ਰੋਬਲਮ ਹੈ ਕੀ। ਐਂਡ ਆਪਾਂ ਬਿਨਾਂ ਮਤਲਬ ਦੀਆਂ ਚੀਜ਼ਾਂ ਨੂੰ ਦੇਖ ਉਹਨਾਂ ਨੂੰ ਆਪਣੇ ਬਿਜ਼ਨਸ 'ਚ ਇਸ ਤਰ੍ਹਾਂ ਨਾਲ ਡੀਲ ਕਰਨ ਲੱਗ ਜਾਂਦੇ ਹਾਂ। ਬਿਨਾਂ ਮਤਲਬ ਦੀਆਂ ਚੀਜ਼ਾਂ ਨੂੰ, ਅਨਨੈਸੈਸਰੀ ਥਿੰਗਸ ਨੂੰ ਪ੍ਰੋਬਲਮ ਬਣਾ ਲੈਂਦੇ ਹਾਂ, ਜਦ ਕਿ ਐਕਚੁਅਲ 'ਚ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਪ੍ਰੋਬਲਮ ਹੈਗੀ। ਸੋ ਇਫ ਯੂ ਰਾਈਟ ਇਟ ਡਾਊਨ ਵਾਟ ਇਜ਼ ਦਾ ਪ੍ਰੋਬਲਮ, ਤੁਹਾਡੀ ਜੇ ਤੁਹਾਨੂੰ ਇਹ ਪਤਾ ਲੱਗ ਗਿਆ ਨਾ ਤੁਹਾਨੂੰ ਚਿੰਤਾ ਹੈ ਕਾਹਦੀ ਹੈ, ਪ੍ਰੋਬਲਮ ਹੈ ਕੀ ਹੈ ਬਿਜ਼ਨਸ ਦੇ ਵਿੱਚ। ਪ੍ਰੋਬਲਮ ਕੁਛ ਵੀ ਹੋ ਸਕਦੀ ਹੈ। ਸਪੋਜ਼ ਤੁਹਾਡਾ ਇੱਕ YouTube ਚੈਨਲ ਹੈ ਐਂਡ that is not growing, that could be a problem। ਸਪੋਜ਼ ਤੁਸੀਂ ਕੋਈ ਸਕੂਲ ਖੋਲ੍ਹਿਆ ਐਂਡ ਯੂ ਆਰ ਨੋਟ ਗੈਟਿੰਗ ਦਾ ਸਟੂਡੈਂਟਸ, ਦਾ ਕਿਡਸ, ਤੁਹਾਡੇ ਕੋਲ ਬੱਚੇ ਨਹੀਂ ਆ ਰਹੇ, ਇਹ ਬਿਜ਼ਨਸ ਨਾਲ ਰਿਲੇਟਡ ਪ੍ਰੋਬਲਮ ਆ, ਠੀਕ ਹੈ। ਚੈਨਲ ਗਰੋ ਨਹੀਂ ਕਰ ਰਿਹਾ, that you are not getting the views, ਇੱਕ ਪ੍ਰੋਬਲਮ ਆ ਇਸ ਤਰ੍ਹਾਂ ਦੀ। ਐਕਚੁਅਲ ਜਦੋਂ ਤੁਸੀਂ ਉਹਨੂੰ ਲਿਖੋਗੇ ਕਿ ਆ ਮੇਰੀ ਪ੍ਰੋਬਲਮ ਹੈ, ਕੁਐਸਚਨ ਇਜ਼ ਵਾਟ ਇਜ਼ ਦਾ ਪ੍ਰੋਬਲਮ, and then you will write down the answer ਕਿ so and so is my problem। ਮੈਂ ਜਸਟ ਇੱਕ ਐਗਜ਼ਾਮਪਲ ਦਿੱਤੀ ਹੈ। ਸੈਕੰਡ ਕੁਐਸਚਨ ਕੀ ਲਿਖਣਾ? what is the cause of that problem। ਇਸ ਪ੍ਰੋਬਲਮ ਦਾ ਕਾਰਨ ਕੀ ਹੈ, ਜੜ ਕੀ ਹੈ, ਇਹ ਕਿਉਂ ਹੋ ਰਹੀ ਹੈ। ਮਤਲਬ ਜੇ ਚੈਨਲ ਗਰੋ ਨਹੀਂ ਹੋ ਰਿਹਾ, what is the reason behind that, ਤਾਂ ਉਸ ਦੇ ਪਿੱਛੇ ਕਾਰਨ ਕੀ ਹੈ? ਕਾਰਨ ਇਹ ਹੈ ਕਿ is your content is not good or is it not reaching the customers or the viewers। ਤੁਹਾਡਾ ਕੰਟੈਂਟ ਵਧੀਆ ਨਹੀਂ ਹੈਗਾ, ਹੋ ਸਕਦਾ, ਜਾਂ ਤੁਹਾਡਾ ਜੋ ਕੰਟੈਂਟ ਹੈ ਸਮਝ ਨਹੀਂ ਆ ਰਿਹਾ ਕਿਸੇ ਨੂੰ, ਇਹ ਵੀ ਹੋ ਸਕਦਾ ਹੈ। what is the this could be the cause of the problem। ਜਾਂ ਤੁਹਾਨੂੰ ਤੁਹਾਡਾ ਕੰਟੈਂਟ ਪਹੁੰਚ ਨਹੀਂ ਰਿਹਾ ਪ੍ਰੋਪਰ ਲੋਕਾਂ ਤੱਕ, this could be a problem। ਤੁਹਾਡੀ ਪ੍ਰੋਪਰ ਮਾਰਕੀਟਿੰਗ ਨਹੀਂ ਹੋ ਰਹੀ, this could be the cause of the problem। ਮਤਲਬ ਸੈਕੰਡ ਕੁਐਸਚਨ ਕੀ ਲਿਖਣਾ? ਇਹ ਜਦੋਂ ਜੇ ਤੁਸੀਂ ਕਿਸੇ ਬਿਜ਼ਨਸ 'ਚ ਹੋ ਨਾ, ਜਦੋਂ ਤੁਸੀਂ ਇਹ 4 ਕੁਐਸਚਨ ਵਿਦ देयर ਆਨਸਰ ਵੈਨ ਯੂ ਆਰ ਗੋਇੰਗ ਟੂ ਰਾਈਟ them, ਜਦੋਂ ਤੁਸੀਂ ਇਹਨਾਂ ਨੂੰ ਲਿਖੋਗੇ ਤਾਂ ਤੁਹਾਡੀ 50 ਤੋਂ ਲੈ ਕੇ 50 ਤੋਂ ਲੈ ਕੇ 70% ਤੱਕ ਪ੍ਰੋਬਲਮ ਆਟੋਮੈਟਿਕਲੀ ਸੋਲਵ ਹੋ ਜੂਗੀ। ਸੈਕੰਡ ਕੁਐਸਚਨ ਕੀ ਹੈ? ਕਾਜ਼ ਆਫ ਦਾ ਪ੍ਰੋਬਲਮ। ਥਰਡ ਕੀ ਲਿਖਣਾ ਹੈ? ਥਰਡ ਇਜ਼ ਵਾਟ ਆਰ ਆਲ ਦਾ ਪੋਸੀਬਲ ਸੋਲਿਊਸ਼ਨਸ। ਇਹ ਸਾਰਾ ਕੁਝ ਬੁੱਕ ਦੇ ਵਿੱਚ ਲਿਖਿਆ ਹੋਇਆ ਹੈ, ਐਂਡ ਜਿਨ੍ਹਾਂ ਨੇ ਵੀ ਇਹਨੂੰ ਇੰਪਲੀਮੈਂਟ ਕੀਤਾ ਹੈ। ਇੱਕ ਟੈਕਨੀਕ ਹੈ, ਜਿਸ ਤਰ੍ਹਾਂ ਆਪਾਂ ਸਮਝ ਲਓ ਇੱਕ ਫੋਨ ਹੈ, ਇੱਕ ਪ੍ਰੋਬਲਮ ਹੈ, ਆਪਾਂ ਕਿਸੇ ਨਾਲ ਗੱਲ ਕਰਨੀ ਹੈ, ਆਪਣੇ ਕੋਲ ਫੋਨ ਹੈ, ਜੇ ਆਪਾਂ ਉਹਦਾ ਰਾਈਟ ਨੰਬਰ ਡਾਇਲ ਕਰਾਂਗੇ ਫਿਰ ਹੀ ਆਪਾਂ ਉਹਦੇ ਨਾਲ ਗੱਲ ਕਰਾਂਗੇ ਨਾ। ਜੇ ਆਪਾਂ ਵੈਸੇ ਉਹਨੂੰ ਰੈਂਡਮਲੀ ਨੰਬਰ ਪ੍ਰੈਸ ਕਰੀ ਜਾਵਾਂਗੇ, ਆਟੋਮੈਟਿਕਲੀ ਤਾਂ ਗੱਲ ਨਹੀਂ ਹੋਣ ਲੱਗੀ ਉਸ ਨਾਲ ਜਿਸ ਨਾਲ ਆਪਾਂ ਗੱਲ ਕਰਨੀ ਹੈ, ਠੀਕ ਹੈ। ਤਾਂ ਇੱਕ ਟੈਕਨੀਕ ਹੋ ਗਈ ਨਾ, ਨੰਬਰ ਕਰੈਕਟ ਨੰਬਰ ਮਿਲਾਇਆ, ਟੈਕਨੀਕ ਹੋ ਗਈ। ਇਸੇ ਤਰ੍ਹਾਂ ਹੀ ਬਿਜ਼ਨਸ ਦੇ ਵਿੱਚ ਜਦੋਂ ਕੋਈ ਆਪਾਂ ਟੈਕਨੀਕ ਇੰਪਲੀਮੈਂਟ ਕਰਦੇ ਹਾਂ ਤਾਂ ਉਹ ਰਿਜ਼ਲਟ ਦਿੰਦੀ ਹੈ, ਉਹ ਕੰਮ ਕਰਦੀ ਹੈ। ਥਰਡ ਕੁਐਸਚਨ ਕੀ ਸੀ? ਵਾਟ ਆਰ ਆਲ ਦੀ ਪੋਸੀਬਲ ਸੋਲਿਊਸ਼ਨਸ ਆਫ ਦ ਪ੍ਰੋਬਲਮ। ਜੋ ਵੀ ਪ੍ਰੋਬਲਮ ਹੈ, ਹੁਣ ਆਪਾਂ ਗੱਲ ਕਰ ਰਹੇ ਸੀ ਲਿਓਨ ਸ਼ਿਮਕਿਨ ਦੀ।
ਉਸਨੇ ਆਪਣੇ ਐਸੋਸੀਏਟਸ ਨੂੰ ਸਬੋਰਡੀਨੇਟਸ ਨੂੰ ਕਿਹਾ ਕਿ ਤੁਸੀਂ ਇਹ 4 ਕੁਐਸਚਨ ਵਿਦ देयर ਆਨਸਰ ਲੈ ਕੇ ਲਿਖ ਕੇ ਮੇਰੇ ਕੋਲ ਲੈ ਕੇ ਆਉਣੇ ਨੇ। ਥਰਡ ਕੁਐਸਚਨ ਕਿਹਾ ਲਿਖਣ ਨੂੰ ਕਿ ਜਿਹੜੀ ਵੀ ਪ੍ਰੋਬਲਮ ਹੈ ਐਂਡ ਉਸ ਦੇ ਪੋਸੀਬਲ ਸੋਲੂਸ਼ਨ ਕੀ ਨੇ। ਠੀਕ ਹੈ, ਹੋ ਸਕਦੇ ਹੈ ਇੱਕ ਪ੍ਰੋਬਲਮ ਦੇ ਮਲਟੀਪਲ ਸੋਲੂਸ਼ਨ ਹੋ ਸਕਦੇ ਨੇ ਕਿ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ, ਵੀ ਕੈਨ ਡੂ ਇਟ ਇਨ ਦਿਸ ਵੇ, ਵੀ ਕੈਨ ਡੂ ਦਿਸ ਇਨ ਦੈਟ ਵੇ, ਮਤਲਬ 3-4 ਸੋਲੂਸ਼ਨ ਹੋ ਸਕਦੇ ਇੱਕ ਪ੍ਰੋਬਲਮ ਦੇ। ਐਂਡ fourth and the last question is what solution do you suggest। ਚੌਥਾ ਕੁਐਸਚਨ ਕੀ ਲਿਖਣਾ, ਤੁਸੀਂ ਕਿਹੜਾ ਸੋਲੂਸ਼ਨ ਸੁਜੈਸਟ ਕਰਦੇ ਹੋ। ਠੀਕ ਹੈ, ਉਹਨੇ ਇਹ ਕਿਹਾ ਕਿ ਤੁਸੀਂ 4 ਕੁਐਸਚਨ ਦੇ ਆਨਸਰ ਲਿਖ ਕੇ ਲੈ ਕੇ ਆਉਣੇ ਨੇ। ਪ੍ਰੋਬਲਮ ਕੀ ਹੈ, what is the problem, what is the cause of that problem, what are all the possible solutions and what solution do you suggest। ਤੁਸੀਂ ਕਿਹੜਾ ਸੋਲੂਸ਼ਨ ਸੁਜੈਸਟ ਕਰਦੇ ਹੋ। ਐਂਡ ਜਦੋਂ ਇਹ ਰੋਲ ਇੰਪਲੀਮੈਂਟ ਕੀਤਾ ਲਿਓਨ ਸ਼ਿੰਕਿਨ ਨੇ ਆਪਣੀ ਕੰਪਨੀ ਦੇ ਵਿੱਚ, ਐਂਡ ਹੋਇਆ ਕਿ ਮਿਰੈਕੁਲਸਲੀ ਵਾਟ ਹੈਪਨਡ ਕਿ 50% ਕੇਸਿਸ 75% ਕੇਸਿਸ 'ਚ ਤਾਂ ਜਿਹੜੀਆਂ ਪ੍ਰੋਬਲਮ ਸੀ ਆਟੋਮੈਟਿਕਲੀ ਸੋਲਵ ਹੋਣ ਲੱਗ ਗਈਆਂ। ਸੋਲੂਸ਼ਨ ਆਪਣੇ ਆਪ ਨਿਕਲ ਕੇ ਬਾਹਰ ਆਉਣ ਲੱਗ ਗਏ ਜਦੋਂ ਉਹਨਾਂ ਨੇ ਲਿਖਣ ਲੱਗੇ, ਕਿਉਂਕਿ ਨਾਓ very rarely his associates or his subordinates were coming to him with their problems। ਉਹ ਹੁਣ ਮਸਾਂ ਹੀ ਉਹਦੇ ਕੋਲ ਪਹੁੰਚਦੇ ਹੀ ਨਹੀਂ ਸੀ, ਆਉਂਦੇ ਹੀ ਨਹੀਂ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਉਹ ਜਾਣਗੇ ਤਾਂ ਉਹਨਾਂ ਨੂੰ 4 ਕੁਐਸਚਨ ਵਿਦ ਦੇਅਰ ਆਨਸਰ ਲਿਖ ਕੇ ਲੈ ਕੇ ਆਉਣੇ ਪੈਣਗੇ ਕਿ ਆਹ ਸਰ ਪ੍ਰੋਬਲਮ ਹੈ, ਆਹ ਇਹਦਾ ਕਾਰਨ ਹੈ, ਆਹ ਸੋਲੂਸ਼ਨ ਨੇ, ਆਹ ਸੁਜੈਸ਼ਨ ਨੇ ਸਾਡੇ, ਤੇ ਆਹ ਮੈਂ ਸੁਜੈਸਟ ਕਰ ਰਿਹਾ, ਮਤਲਬ ਆਹ ਸੋਲੂਸ਼ਨ ਨੇ, ਆਹ ਮੈਂ ਸੁਜੈਸਟ ਕਰ ਰਿਹਾ। ਹੁਣ ਉਹ ਆਉਂਦਾ ਹੀ ਨਹੀਂ ਸੀ ਉਹਦੇ ਕੋਲ। ਐਂਡ 25% ਕੇਸਿਸ ਦੇ ਵਿੱਚ 75% ਤਾਂ ਆਟੋਮੈਟਿਕਲੀ ਸੋਲਵ ਹੋ ਗਿਆ। ਐਂਡ 25% ਕੇਸਿਸ 'ਚ ਜਿੱਥੇ ਲੋੜ ਸੀ ਕੰਸਲਟੇਸ਼ਨ ਦੀ ਉਹਦੀ, ਹਾਂ ਨਾ ਜਾਂ ਇਸ ਤਰ੍ਹਾਂ ਆਪਾਂ ਆਹ ਵਾਲਾ ਇਸ ਤਰ੍ਹਾਂ ਕਰ ਲੈਂਦੇ ਆ, ਇਸ ਨੂੰ ਆਪਾਂ ਇਸ ਤਰ੍ਹਾਂ ਕਰ ਰਹੇ, ਕਿਉਂਕਿ ਪਬਲਿਸ਼ਿੰਗ ਹਾਊਸ ਦਾ ਜਨਰਲ ਮੈਨੇਜਰ ਸੀ ਨਾ, ਤਾਂ ਉਸ 'ਚ ਵੀ ਪਹਿਲਾਂ ਜਿੰਨਾ ਟਾਈਮ ਲੱਗਦਾ ਸੀ ਆਰਗੂਮੈਂਟ 'ਚ, ਕਿਉਂਕਿ ਇੱਕ ਬੰਦਾ ਆਰਗੂਮੈਂਟ ਦਿੰਦਾ ਸੀ, ਇੱਕ ਬੰਦਾ ਕਹਿੰਦਾ ਸੀ ਆਪਾਂ ਆਹ ਸੋਲੂਸ਼ਨ ਆਪਾਂ ਇਸ ਤਰ੍ਹਾਂ ਕਰ ਲੈਂਦੇ ਹਾਂ, ਦੂਸਰਾ ਕਹਿੰਦਾ ਸੀ ਨਹੀਂ ਸਰ ਇਹ ਗਲਤ ਹੈ, ਆਰਗੂ ਕਰਦਾ ਸੀ, ਦੂਸਰਾ ਕੋਈ ਹੱਲ ਕੱਢ ਕੇ ਦੱਸਦਾ ਸੀ, ਤਾਂ ਪਹਿਲੇ ਨੂੰ ਮਨਜ਼ੂਰ ਨਹੀਂ ਹੁੰਦਾ ਸੀਗਾ। ਤਾਂ ਇਸ ਤਰ੍ਹਾਂ ਨਾਲ ਵੇਸਟੇਜ ਆਫ ਟਾਈਮ ਬਹੁਤ ਜ਼ਿਆਦਾ ਹੁੰਦਾ ਸੀ। ਤਾਂ ਇਸ ਤਰ੍ਹਾਂ ਜਦੋਂ ਇਹ ਇੰਪਲੀਮੈਂਟ ਕੀਤਾ ਤਾਂ ਦੇਖਿਆ ਜਿਹੜੇ ਹੁਣ ਮੈਂ ਦੱਸ ਰਿਹਾ ਤੁਹਾਨੂੰ ਕਿ 75% ਕੇਸਿਸ ਤਾਂ ਆਟੋਮੈਟਿਕਲੀ ਸੋਲੂਸ਼ਨ ਨਿਕਲ ਕੇ ਆ ਗਏ। 25% ਕੇਸਿਸ ਦੇ ਵਿੱਚ ਜਿੱਥੇ ਸੁਜੈਸ਼ਨ ਦੀ ਲੋੜ ਪੈਂਦੀ ਸੀ ਉਹਦੀ ਕੰਸਲਟੇਸ਼ਨ ਦੀ, ਉੱਥੇ ਵੀ ਟਾਈਮ 1/3 ਹੀ ਲੱਗਦਾ ਸੀ ਪਹਿਲਾਂ ਨਾਲੋਂ। ਤਾਂ ਇਹਦਾ ਮਤਲਬ ਉਹਦਾ 70 ਪਹਿਲਾਂ ਜਿਵੇਂ 6 ਘੰਟੇ ਇਸੇ ਕੰਮ 'ਚ ਹੀ ਲੱਗ ਜਾਂਦੇ ਸੀ ਕਿ ਕਰਨਾ ਕੀ ਹੈ, ਪ੍ਰੋਬਲਮ ਕੀ ਹੈ ਜਾਂ ਕੀ ਹੱਲ ਕੱਢਣਾ ਹੈ। ਹੁਣ ਮਤਲਬ ਕਿ 75% ਉਹਦਾ ਟਾਈਮ ਬਚ ਜਾਂਦਾ ਸੀ। ਐਂਡ ਇਹੀ ਟਾਈਮ ਉਹਨਾਂ ਨੇ ਯੂਜ਼ ਕੀਤਾ ਆਪਣੇ ਹੋਰ ਕੰਮਾਂ ਦੇ ਵਿੱਚ, ਆਪਣੇ ਬਿਜ਼ਨਸ ਨੂੰ ਗਰੋ ਕਰਨ ਦੇ ਵਿੱਚ, ਤੇ ਸਾਰਾ ਕੁਝ ਬਿਜ਼ਨਸ ਵਧੀਆ ਹੋ ਗਿਆ, ਰਾਈਜ਼ ਕੀਤਾ। ਐਂਡ ਗੱਲ ਇਹ ਹੈ ਅੱਗੇ ਕਿਉਂਕਿ ਹੁਣ ਐਕਸ਼ਨ ਹੁੰਦਾ ਸੀ, ਪਹਿਲਾਂ ਸਿਰਫ ਗੱਲਾਂ ਹੁੰਦੀਆਂ ਸੀਗੀਆਂ, ਹੁਣ ਜਦੋਂ ਐਕਸ਼ਨ ਹੋਣ ਲੱਗ ਗਿਆ ਤਾਂ ਰਿਜ਼ਲਟ ਆਪਣੇ ਆਪ ਆਉਣ ਲੱਗੇ। ਤਾਂ ਇਹੀ ਇਸ ਚੈਪਟਰ ਦਾ ਕਰਕਸ ਹੈ, ਇਹ 4 ਕੁਐਸਚਨ। ਇਫ ਯੂ ਹੈਵ ਐਨੀ ਪ੍ਰੋਬਲਮ, ਤੁਹਾਡੇ ਵੀ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ, ਐਂਡ ਜ਼ਰੂਰੀ ਨਹੀਂ ਇੰਗਲਿਸ਼ 'ਚ ਲਿਖਣਾ, ਪੰਜਾਬੀ 'ਚ ਲਿਖ ਲਓ ਵੀ ਹਾਂ ਸਾਡੀ ਪ੍ਰੋਬਲਮ ਹੈ ਕਿ ਉਹਨੂੰ ਰਾਈਟ ਡਾਊਨ ਕਰ ਲਓ, ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਲਿਖਦੇ ਹੋ ਨਾ ਉਹ ਆਟੋਮੈਟਿਕਲੀ ਰਿਜ਼ਲਟ ਨਿਕਲਣਾ ਸ਼ੁਰੂ ਹੋ ਜਾਂਦਾ, ਉਹ 'ਚੋਂ ਆਨਸਰ ਆਉਣ ਲੱਗ ਜਾਂਦੇ ਨੇ। ਤਾਂ ਹੋ ਸਕਦਾ ਆਪਣੇ ਲਈ ਵੀ ਕੰਮ ਕਰੇ ਇਹ ਚੀਜ਼। ਮੈਂ ਵੀ ਇਵਨ ਆਈ ਐਮ ਟਰਾਈਂਗ ਦਿਸ, ਮੈਂ ਵੀ ਕੋਸ਼ਿਸ਼ ਕਰ ਰਿਹਾ, ਦੇਖ ਰਿਹਾ ਇਹਨੂੰ ਇੰਪਲੀਮੈਂਟ ਕਰਕੇ ਕਿ ਕੀ ਰਿਜ਼ਲਟ ਨਿਕਲਦੇ ਨੇ। ਐਂਡ ਜਿਹੜਾ ਇਹਦਾ ਸੈਕਿੰਡ ਪਾਰਟ ਆ, ਦਾ ਸੈਕਿੰਡ ਪਾਰਟ ਵੀ ਵਿਲ ਡਿਸਕਸ ਇਨ ਦਾ ਨੈਕਸਟ ਵੀਡੀਓ। ਉਸ 'ਚ ਕੀ ਟੈਕਨੀਕ ਯੂਜ਼ ਕੀਤੀ ਗਈ ਹੈ, ਇੱਕ ਤਾਂ ਇਹ ਟੈਕਨੀਕ ਹੈ, ਬੜੀ ਵਧੀਆ ਇਹ ਟੈਕਨੀਕ। ਤਾਂ ਨੈਕਸਟ ਵੀਡੀਓ 'ਚ ਆਪਾਂ ਵਿਲ ਡਿਸਕਸ ਅਬਾਊਟ ਦਾ ਅਦਰ ਟੈਕਨੀਕ ਦੈਟ ਇਜ਼ ਯੂਜ਼ਡ ਇਨ ਐਨਾਲਾਈਜ਼ਿੰਗ ਵਰੀ। ਉਸ 'ਚ ਕੀ ਦੱਸਿਆ ਗਿਆ ਉਹ ਆਪਾਂ ਉਸ ਵੀਡੀਓ 'ਚ ਦੇਖਾਂਗੇ। Thanks for watching. Thanks for your time. See you in the next video. Have a great day.